लॉकडाउन के दौरान लगातार साडियां धार्मिक समाजिक हरेक संगठन ने अगे हो के सेवा निभाई है जी। बहुत वधिया सेवावां निभाईਆਂ ने। सो तुहानूं अज मिलाने हैं जी सिंह ऑन ड्यूटी। ये संस्था जी है जी बड़ी बड़ी भूमिका इन्होंने शहर च निभाई है। ये संस्था के अहुदेदार साडे नाल इत्थे मौजूद ने, उन्होंने गलबात करते हैं, उन्होंने जानते हैं भी किस तरीके सेवावां अपनी दित्तियां गईयां। भाई किस तरीके सेवावां निभाई गई लॉकडाउन के दौरान तुसीं? वाहिगुरू जी का खालसा वाहिगुरू जी की फतेह। ਸਿੰਘ ਔਨ ਡਿਊਟੀ ਚੈਰੀਟੇਬਲ ਟਰਸਟ ਗੁਰਦਾਸਪੁਰ ਵੱਲੋਂ ਜਦੋਂ ਤੋਂ ਹੀ ਇਹ ਕਰੋਨਾ ਮਹਾਮਾਰੀ ਫੈਲੀ ਹੋਈ ਹੈ ਉਦੋਂ ਤੋਂ ਹੀ ਸਾਰੇ ਵਲੰਟੀਅਰ ਦੇ ਸਹਿਯੋਗ ਦੇ ਨਾਲ ਸੇਵਾਵਾਂ ਦੇ ਵਿੱਚ ਲੱਗੀ ਹੋਈ ਹੈ। ਸਾਰੇ ਹੀ ਜਿੰਨੇ ਵੀ ਨੌਜਵਾਨ ਵੀਰ ਨੇ ਔਰ ਸੰਗਤ ਦਾ ਹੁਣ ਤੱਕ ਸਾਨੂੰ ਬਹੁਤ ਹੀ ਜ਼ਿਆਦਾ ਸਹਿਯੋਗ ਰਿਹਾ ਹੈ, ਜਿਹਦੇ ਕਰਕੇ ਸਾਡੀਆਂ ਸਾਰੀਆਂ ਹੀ ਸੇਵਾਵਾਂ ਨਿਰੰਤਰ ਚੱਲਦੀਆਂ ਪਈਆਂ ਨੇ। ਸਿੰਘ ਔਨ ਡਿਊਟੀ ਨੇ ਸਟਾਰਟਿੰਗ ਤੋਂ ਪਹਿਲਾਂ ਜਦੋਂ ਹੀ ਇਹ ਮਹਾਮਾਰੀ ਦਾ ਲੋਕਡਾਊਨ ਹੋਇਆ ਆ, ਸਭ ਤੋਂ ਪਹਿਲਾਂ ਤਾਂ ਲੋੜਵੰਦ ਪਰਿਵਾਰਾਂ ਨੂੰ ਦੇਖਿਆ, ਕਿੱਥੇ ਕਿੱਥੇ ਕਿਸ ਪਰਿਵਾਰ ਨੂੰ ਲੋੜ ਆ ਰਹੀ ਹੈ, ਕਿਉਂਕਿ ਜਦੋਂ ਇਹ ਲੋਕਡਾਊਨ ਹੋ ਗਿਆ ਸਾਰੇ ਹੀ ਕਾਰੋਬਾਰ ਬਿਲਕੁਲ ਹੀ ਬੰਦ ਹੋ ਗਏ ਸੀਗੇ। ਜਿਹੜੇ ਬੰਦੇ ਰੋਜ਼ ਹੀ ਕਮਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸੀਗੇ, ਉਹਨਾਂ ਦਾ ਗੁਜ਼ਾਰਾ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਗਿਆ ਸੀਗਾ। ਫਿਰ ਅਸੀਂ ਦੇਖਿਆ ਸਾਰੇ ਹੀ ਵਲੰਟੀਅਰ ਦੇ ਨਾਲ ਗੱਲ ਕੀਤੀ ਔਰ ਉਹਨਾਂ ਨੇ ਇਹ ਸਲਾਹ ਕੀਤੀ ਕਿ ਆਪਾਂ ਜਿੱਥੇ ਵੀ ਸਾਡੇ ਪਿੰਡਾਂ ਦੇ ਵਿੱਚ ਵਲੰਟੀਅਰ ਹੈਗੇ ਨੇ ਉਹ ਆਪੋ ਆਪਣੇ ਪਿੰਡ ਦੇ ਵਿੱਚ ਦੇਖਣ ਕਿਸ ਪਰਿਵਾਰ ਦਾ ਗੁਜ਼ਾਰਾ ਔਖਾ ਆ ਅਤੇ ਉੱਥੇ ਹੀ ਆਪਾਂ ਉਹਨਾਂ ਨੂੰ ਰਾਸ਼ਨ ਦੀ ਸੇਵਾ ਪਹੁੰਚਾਈਏ। ਸਭ ਤੋਂ ਪਹਿਲਾਂ ਸਿੰਘ ਔਨ ਡਿਊਟੀ ਚੈਰੀਟੇਬਲ ਟਰਸਟ ਨੇ ਰਾਸ਼ਨ ਤੋਂ ਸੇਵਾ ਸ਼ੁਰੂ ਕੀਤੀ ਸੀਗੀ ਲੋਕਡਾਊਨ ਦੇ ਚੱਲਦਿਆਂ, ਔਰ ਜਿੰਨੇ ਵੀ ਲੋੜਵੰਦ ਪਰਿਵਾਰ ਸੀਗੇ ਉਹਨਾਂ ਨੂੰ ਘਰ ਤੋਂ ਘਰ ਜਾ ਕੇ ਰਾਸ਼ਨ ਮੁਹੱਈਆ ਕਰਵਾਇਆ। ਜਿਸ ਤਰ੍ਹਾਂ ਨਵੀਂਪੁਰ ਕਲੋਨੀ ਦੇ ਵਿੱਚ, ਪਿੰਡ ਕਾਲਾ ਨੰਗਲ ਦੇ ਵਿੱਚ, ਨਰਪੁਰ ਪਿੰਡ, ਵਰਸੋਲਾ ਔਰ ਪ੍ਰੇਮ ਨਗਰ ਗੁਰਦਾਸਪੁਰ ਦੇ ਸ਼ਹਿਰ ਦੇ ਵਿੱਚ ਹੋਰ ਵੀ ਜਿੱਥੇ ਵੀ ਸਾਨੂੰ ਪਤਾ ਲੱਗਿਆ ਕਿ ਇੱਥੇ ਪਰਿਵਾਰਾਂ ਨੂੰ ਰਾਸ਼ਨ ਦੀ ਲੋੜ ਹੈਗੀ ਆ, ਉੱਥੇ ਅਸੀਂ ਹੁਣ ਤੱਕ ਤਕਰੀਬਨ 300 ਤੋਂ ਵੱਧ ਪਰਿਵਾਰਾਂ ਨੂੰ ਇਹ ਰਾਸ਼ਨ ਦੀ ਸੇਵਾ ਦਿੱਤੀ ਹੈ ਜੀ। ਕਿੰਨੇ ਸਾਲਾਂ ਤੋਂ ਬਈ ਚੱਲਦੇ ਆ ਰਹੇ? ਸਿੰਘ ਔਨ ਡਿਊਟੀ ਤਕਰੀਬਨ 2018 ਤੋਂ ਹੋਂਦ ਵਿੱਚ ਆਈ ਸੀਗੀ ਔਰ ਹੋਂਦ ਵਿੱਚ ਇਸ ਤਰ੍ਹਾਂ ਆਈ ਸੀਗੀ ਜਿਸ ਤਰ੍ਹਾਂ ਸਾਡੇ ਮਨ ਦੇ ਵਿੱਚ ਵਿਚਾਰ ਸੀਗਾ ਕਿ ਸਾਡੇ ਨੌਜਵਾਨਾਂ ਵੀਰਾਂ ਦੇ ਨਾਲ ਵਧੀਆ ਲਿੰਕ ਬਣੇ ਹੋਏ ਨੇ, ਸਾਰੇ ਵਧੀਆ ਇੱਕ ਦੂਸਰੇ ਨਾਲ ਮੇਲ ਮਿਲਾਪ ਰੱਖਦੇ ਆ ਔਰ ਨਸ਼ੇ ਦਾ ਇਸ ਵੇਲੇ ਜੋ ਹੈ ਪੜਾਅ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ। ਨੌਜਵਾਨ ਪੀੜ੍ਹੀ ਨਸ਼ੇ ਦੇ ਵਿੱਚ ਬਹੁਤ ਜ਼ਿਆਦਾ ਡਿੱਗ ਚੁੱਕੀ ਆ ਅਤੇ ਅਸੀਂ ਸੋਚਿਆ ਕਿ ਅਸੀਂ ਜਿੰਨੇ ਵੀ ਸਾਡੇ ਨੌਜਵਾਨ ਵੀਰ ਹੈਗੇ ਆ ਕਿਉਂ ਉਹਨਾਂ ਨੂੰ ਅਸੀਂ ਇੱਕ ਵਧੀਆ ਸੋਚ ਦੇ ਨਾਲ ਜੋੜੀਏ, ਆਪਣੀ ਸੋਚ ਉਹਨਾਂ ਨਾਲ ਸਾਂਝੀ ਕੀਤੀ ਜਾਵੇ ਤਾਂ ਕਿ ਉਹ ਇਸ ਨਸ਼ੇ ਦੇ ਦਲਦਲ ਦੇ ਵਿੱਚ ਨਾ ਫਸ ਸਕਣ ਜਿਹੜੇ ਬਚੇ ਹੋਏ ਨੇ। ਅਸੀਂ ਕੀ ਕੀਤਾ ਵੀ ਗੁਰਦਾਸਪੁਰ ਦੇ ਵਿੱਚ ਅਸੀਂ ਇੱਕ ਕੀਰਤਨ ਸਮਾਗਮ ਕਰਾਉਣ ਦੀ ਸਲਾਹ ਬਣਾਈ ਸਾਰੇ ਹੀ ਵੀਰਾਂ ਦੇ ਨਾਲ। ਔਰ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋਵੋਗੇ ਕਿ ਪਹਿਲਾਂ ਪਿੰਡਾਂ ਦੇ ਵਿੱਚ ਬੜੇ ਵੱਡੇ ਮੇਲੇ ਲੱਗਦੇ ਸੀਗੇ, ਇੱਕ ਪਿੰਡ ਵਾਲੇ ਦੂਸਰੇ ਪਿੰਡ ਦਾ ਸਹਿਯੋਗ ਕਰਦੇ ਸੀਗੇ। ਕੋਈ ਵੀ ਧਾਰਮਿਕ ਸਮਾਗਮ ਹੋਣਾ ਸਾਰਿਆਂ ਨੇ ਟਰੈਕਟਰ ਟਰਾਲੀਆਂ ਭਰ ਕੇ ਇੱਕ ਦੂਸਰੇ ਦੇ ਪਿੰਡ ਵਿੱਚ ਜਾਣਾ ਔਰ ਜਿਹੜੀ ਇਹ ਰੀਤ ਹੁਣ ਹੌਲੀ ਖਤਮ ਹੁੰਦੀ ਗਈ। ਇਸੇ ਤਰ੍ਹਾਂ ਹੀ ਆਪਾਂ ਕੀਤਾ ਕਿ ਸਾਰੇ ਹੀ ਪਿੰਡਾਂ ਦੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਿਆ, ਉਹਨਾਂ ਨਾਲ ਮੀਟਿੰਗਾਂ ਕੀਤੀਆਂ, ਸਲਾਹ ਕੀਤੀ ਔਰ ਸਾਰਿਆਂ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਹੋਣ ਵਾਸਤੇ ਕਿਹਾ। ਉਹ ਜ਼ਰੀਆ ਸੀਗਾ ਸਾਡਾ ਕੀਰਤਨ ਸਮਾਗਮ। ਜਦੋਂ ਸਾਡਾ ਕੀਰਤਨ ਸਮਾਗਮ ਇੰਨੇ ਵੱਡੇ ਲੈਵਲ 'ਤੇ ਹੋ ਗਿਆ, ਸਾਡਾ ਸਾਰੇ ਹੀ ਨੌਜਵਾਨਾਂ ਦੇ ਨਾਲ ਵਧੀਆ ਲਿੰਕ ਬਣ ਗਏ। ਅਸੀਂ ਫਿਰ ਇੱਕ ਗਰੁੱਪ ਬਣਾਇਆ। ਗਰੁੱਪ ਦੇ ਵਿੱਚ ਹੀ ਸਾਰਿਆਂ ਨੂੰ ਵੀਰਾਂ ਨੂੰ ਇੱਕ ਮੀਟਿੰਗ ਕਰਕੇ ਉਹਨਾਂ ਨੂੰ ਫਿਰ ਬਰੀਫ ਕੀਤਾ ਕਿ ਕਿਉਂ ਨਾ ਆਪਾਂ ਹੁਣ ਜਿਹੜਾ ਵੀ ਆ ਸਮਾਗਮ ਤਾਂ 1 ਸਾਲ ਬਾਅਦ ਹੀ ਹੋਣਾ ਅਤੇ ਆਪਾਂ ਇਸੇ ਗਰੁੱਪ ਨੂੰ ਹੁਣ ਵਧੀਆ ਸੇਵਾਵਾਂ ਦੇ ਵਿੱਚ ਕਨਵਰਟ ਕਰੀਏ ਔਰ ਸਾਰੇ ਹੀ ਵੀਰਾਂ ਨੇ ਇਸ ਦਾ ਸਮਰਥਨ ਕੀਤਾ, ਨੌਜਵਾਨ ਵੀਰਾਂ ਨੇ, ਅਤੇ ਸਾਰੇ ਹੀ ਇਸ ਸੇਵਾ ਦੇ ਕਾਰਜ ਵਿੱਚ ਲੱਗ ਪਏ। ਤਕਰੀਬਨ 3 ਅਕਤੂਬਰ 2018 ਤੋਂ ਮੈਨੂੰ ਯਾਦ ਆ ਕਿ ਸਾਡੀ ਇਹ ਟਰਸਟ ਸੇਵਾ ਦੇ ਵਿੱਚ ਉਸ ਦਿਨ ਹੀ ਲੱਗੀ ਹੋਈ ਆ ਔਰ ਉਸ ਤੋਂ ਬਾਅਦ ਜਿੱਦਾਂ ਵੀ ਸਾਡੇ ਕੋਲ ਕੋਈ ਲੋੜਵੰਦ ਪਰਿਵਾਰ ਆਇਆ ਆ ਉਹਨਾਂ ਨੂੰ ਰਾਸ਼ਨ ਮੁਹੱਈਆ ਕਰਾਇਆ। ਕਿਸੇ ਵੀ ਜੇ ਲੋੜ ਪੈ ਗਈ ਕਿਸੇ ਨੂੰ ਮੈਡੀਕਲ ਹੈਲਪ ਦੀ, ਉਹ ਮੈਡੀਕਲ ਹੈਲਪ ਵੀ ਦਿੱਤੀ। ਕੋਈ ਇਸ ਤਰ੍ਹਾਂ ਦੇ ਬੱਚੇ ਜਿਹੜੇ ਆਪਣੀ ਫੀਸ ਨਹੀਂ ਪੇ ਕਰ ਸਕਦੇ ਔਰ ਸਟੱਡੀ ਦੇ ਵਿੱਚ ਵਧੀਆ ਨੇ, ਉਹਨਾਂ ਦਾ ਵੀ ਅਸੀਂ ਫੀਸ ਦਾ ਖਰਚਾ ਚੁੱਕਿਆ। ਕਾਫੀ ਹੁਣ ਤੱਕ ਪਰਿਵਾਰ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਅਸੀਂ ਮਕਾਨ ਵੀ ਬਣਾ ਕੇ ਦਿੱਤੇ ਨੇ ਔਰ ਸਾਰੇ ਹੀ ਸੰਗਤ ਦੇ ਸਹਿਯੋਗ ਔਰ ਵੀਰਾਂ ਨੇ। ਇੱਕ ਖਾਸ ਗੱਲ ਕਿ ਜਦੋਂ ਵੀ ਇਹ ਸੇਵਾਵਾਂ ਚੱਲਦੀਆਂ ਸੀਗੀਆਂ ਨਾ ਤਾਂ ਸਾਰੇ ਹੀ ਸਾਡੇ ਨੌਜਵਾਨ ਵੀਰ ਆਪ ਹੱਥੀਂ ਸੇਵਾ ਕਰਦੇ ਸੀਗੇ। ਅਸੀਂ ਕੋਈ ਲੇਬਰ ਦਾ ਸਹਾਰਾ ਨਹੀਂ ਲਿਆ, ਸਿਰਫ ਇੱਕ ਮਸ਼ੀਨ ਲਾਉਂਦੇ ਸੀਗੇ ਲੈਂਟਰ ਵਾਸਤੇ ਕਿ ਉਹ ਮਸ਼ੀਨ ਜਦੋਂ ਸਮਾਨ ਨੂੰ ਮਿਕਸ ਕਰਨਾ, ਪਰ ਜਿਹੜੀ ਲੇਬਰ ਦਾ ਕੰਮ ਸੀਗਾ ਬਾਲਟੇ ਦੀ ਢੁਆਈ, ਰੇਤ ਪਾਣੀ, ਹੋਰ ਸਾਰਾ ਕੰਮ ਉਹ ਸਾਰੇ ਹੀ ਨੌਜਵਾਨ ਵੀਰ ਆਪ ਹੱਥੀਂ ਸੇਵਾ ਕਰਕੇ ਕਰਦੇ ਸੀਗੇ। बड़ी वड्डी गल है जी, हत्थी सेवा करके इन्होंने सारे जो काम किए ने जी। लॉकडाउन च बड़ी सेवा निभाई है और लॉकडाउन तो पहला भी ये लगातार अपनी सेवावां दे रहे हैं शहर वासियों को। बड़ा वड्डा योगदान इन्हों का जी। मन नूं किद्दां भाई संतुष्टि हुंदी जो इदां दा काम करदे हो? ਜਦੋਂ ਵੀ ਆਪਾਂ ਜਾਂਦੇ ਹਾਂ ਸੇਵਾ ਕਰਨ ਵਾਸਤੇ ਅਤੇ ਆਪਣੇ ਮਨ ਨੂੰ ਇੰਨੀ ਕੁ ਜ਼ਿਆਦਾ ਤਸੱਲੀ ਮਿਲਦੀ ਆ ਕਿ ਇੱਕ ਗਰੀਬ ਦੇ ਸਿਰ 'ਤੇ ਜਦੋਂ ਛੱਤ ਪੈ ਜੇ ਔਰ ਉਹ ਤੁਹਾਨੂੰ
ਇੰਨਾ ਕੁ ਜ਼ਿਆਦਾ ਭਾਵੁਕ ਹੋ ਕੇ ਅਸੀਸਾਂ ਦਿੰਦੇ ਆ ਕਿ ਉਹਦੀਆਂ ਅਸੀਸਾਂ ਸੁਣ ਕੇ ਅਸੀਂ ਖੁਦ ਭਾਵੁਕ ਹੋ ਜਾਂਦੇ ਆ ਕਿ ਵਾਕਈ ਹੀ ਇਹ ਸਾਰੇ ਵੀਰਾਂ ਦਾ ਸਾਥ ਆ। ਔਰ ਇੱਕ ਗਰੀਬ ਦੇ ਸਿਰ ਦੇ ਉੱਤੇ ਛੱਤ ਪੈ ਗਈ ਉਹ ਤੇ ਸਾਡੇ ਸਾਰੇ ਹੀ ਪਰਿਵਾਰਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰ ਰਿਹਾ ਆ। ਔਰ ਮਨ ਨੂੰ ਇੰਨਾ ਕੁ ਜ਼ਿਆਦਾ ਸਕੂਨ ਮਿਲਦਾ ਆ ਕਿ ਆਪਾਂ ਆਪਣੇ ਸ਼ਬਦਾਂ ਵਿੱਚ ਇਸ ਗੱਲ ਨੂੰ ਬਿਆਨ ਹੀ ਨਹੀਂ ਕਰ ਸਕਦੇ। ਬੜੀ ਵੱਡੀ ਗੱਲ ਹੈ ਜੀ, ਬੜੀ ਵੱਡੀ ਭੂਮਿਕਾ ਨਿਭਾ ਰਹੇ ਨੇ ਭਾਜੀ। ਕਿਸ ਤਰ੍ਹਾਂ ਮਨ ਨੂੰ ਸੰਤੁਸ਼ਟੀ ਹੁੰਦੀ ਹੈ ਜਦੋਂ ਕੰਮ ਹੀ ਕਰਦੇ ਹੋ ਤੁਸੀਂ? ਜਦੋਂ ਜਾਈਦਾ, ਜਦੋਂ ਵੇਖੀਦਾ ਉੱਥੇ ਜਿਹੜੇ ਪਰਿਵਾਰ ਲੋੜਵੰਦ ਹੁੰਦੇ ਨੇ, ਜਦੋਂ ਉਹਨਾਂ ਦੇ ਹਾਲਾਤ ਵੇਖੀਦੇ ਨੇ ਤੇ ਬੜਾ ਮਨ ਨੂੰ ਇੱਕ ਦੁੱਖ ਜਿਹਾ ਆਉਂਦਾ ਵੀ ਯਾਰ ਇਹ ਵੀ ਮਤਲਬ ਆਪਣੀ ਜ਼ਿੰਦਗੀ ਦਾ ਰਹਿਣ ਬਸੇਰਾ ਕਰ ਰਹੇ ਨੇ। ਸੋ ਪਰਮਾਤਮਾ ਦੀ ਬੜੀ ਵੱਡੀ ਦੇਣ ਆ ਜਿਹੜਾ ਜਿੰਨੇ ਵੀ ਵੀਰ ਸੰਯੋਗ ਕਰਦੇ ਨੇ, ਭੈਣਾਂ ਸਾਰੇ ਸੰਯੋਗ ਕਰਦੇ ਨੇ। ਅਤੇ ਫਿਰ ਜਦੋਂ ਉਹਨਾਂ ਦਾ ਘਰ ਬਣ ਜਾਂਦਾ ਆ ਅਤੇ ਜਦੋਂ ਮੁੜ ਕੇ ਦੁਬਾਰਾ ਅਸੀਂ ਜਾਂਦੇ ਹਾਂ ਅਤੇ ਉਹ ਪਰਿਵਾਰ ਜਦੋਂ ਉਸ ਛੱਤ ਦੇ ਥੱਲੇ ਬੈਠਾ ਹੁੰਦਾ ਅਤੇ ਜਦੋਂ ਉਹਨਾਂ ਨੇ ਹੀ ਪੁੱਛੀਦਾ ਵੀ ਹੁਣ ਤੁਹਾਨੂੰ ਕਿੱਦਾਂ ਲੱਗਦਾ ਆ, ਅਤੇ ਉਹ ਜਿਹਨਾਂ ਨੇ ਪਿੱਛੇ ਰਹਿ ਕੇ ਸਾਨੂੰ ਸੰਯੋਗ ਕੀਤਾ ਹੁੰਦਾ ਜਿਹੜੀ ਸੰਗਤ ਨੇ, ਅਤੇ ਬੜੀਆਂ ਜਿਹੜੀਆਂ ਵਾ ਉਹ ਦੁਆਵਾਂ ਦਿੰਦੇ ਨੇ। ਇੱਕ ਪਰਿਵਾਰ ਜਿਹੜਾ ਛੱਤ ਥੱਲੇ ਆ ਜਾਣਾ ਇਹ ਬੜੀ ਵੱਡੀ ਗੱਲ ਆ ਵੀ ਕਿਸੇ ਨੂੰ ਪੱਕੀ ਛੱਤ ਮਿਲ ਜਾਣੀ। ਕਿਉਂਕਿ ਜਦੋਂ ਬਾਰਿਸ਼ ਹੁੰਦੀ ਆ ਅਤੇ ਅਕਸਰ ਹੀ ਵੇਖਿਆ ਜਾਂਦਾ ਸਿਆਲ ਦੇ ਵਿੱਚ, ਮੈਂ ਇੱਕ ਗੱਲ ਕਰਦਾ, ਸਾਡੇ ਇੱਕ ਕਿਤੇ ਪਰਿਵਾਰ ਸੀਗਾ, ਉਹਨਾਂ ਤਰਪਾਲ ਪਾਈ ਸੀ, ਇੱਦਾਂ ਰਹਿਣ ਬਸੇਰਾ ਕੀਤਾ ਅਤੇ ਉਹਨਾਂ ਦੇ ਸਿਆਲ 'ਚ ਅਸੀਂ ਗਏ ਨਾ ਜਦੋਂ, ਅਤੇ ਉਹਨਾਂ ਦੀ ਸਾਰੇ ਜਿਹੜੇ ਸਿਆਲ ਵਾਲੇ ਰਜਾਈਆਂ ਵਗੈਰਾ ਸਾਰੀਆਂ ਬਾਰਿਸ਼ ਤੋਂ ਬਾਅਦ ਭਿੱਜੀਆਂ ਹੋਈਆਂ ਸੀ। ਅਤੇ ਮੈਂ ਪੁੱਛਿਆ ਵੀ ਮੈਂ ਕਿਹਾ ਕਿੱਦਾਂ ਫਿਰ ਹੁਣ ਚੱਲੂਗਾ ਕੰਮ? ਉਹ ਕਹਿੰਦੇ ਜੀ ਕੋਈ 2-4 ਦਿਨਾਂ ਬਾਅਦ ਸੁੱਕ ਜਾਣਗੇ। ਅਤੇ ਪੋਹ ਮਾਘ ਦੀ ਠੰਡ ਹੀ, ਸੋ ਕਿੰਨਾ ਔਖਾ ਲੱਗਦਾ ਹੈ ਨਾ, ਰਹਿਣਾ ਬੜਾ ਔਖਾ ਹੋ ਜਾਂਦਾ ਆ। ਸੋ ਪਰਮਾਤਮਾ ਸੀ ਅਤੇ ਸਾਰਾ ਇਹ ਕਹਿੰਦੇ ਆ ਵੀ ਪਰਮਾਤਮਾ ਦੀ ਬੜੀ ਵੱਡੀ ਦੇਣ ਆ। ਜੇ ਕੋਈ ਵੀ ਜਿਹੜੀ ਸੰਸਥਾ ਆ ਇਹੋ ਜਿਹੇ ਕਾਰਜ ਕਰਦੀ ਆ, ਸਾਡਾ ਉਹਨੂੰ ਵੀ ਸਲੂਟ ਆ। ਭਾਜੀ ਕਿੰਨੇ ਮੈਂਬਰ ਤੁਹਾਡੀ ਸੰਸਥਾ 'ਚ ਔਰ ਕਿਸ ਤਰੀਕੇ ਨਾਲ ਸੇਵਾਵਾਂ ਦੇ ਰਹੇ ਹੋ ਤੁਸੀਂ? ਜਿਹੜੇ ਸਾਡੇ ਸੁਸਾਇਟੀ ਦੇ ਮੈਂਬਰ ਆ ਉਹ 7 ਮੈਂਬਰ ਆ, ਮੇਨ ਸੇਵਾਦਾਰ ਜਿਹੜੇ ਆ। ਪਰ ਉਸ ਤੋਂ ਇਲਾਵਾ ਜਿਹੜਾ 100-150 ਮੈਂਬਰ ਜਿਹੜਾ ਸਾਡੇ ਨਾਲ ਜੁੜਿਆ ਹੋਇਆ। ਸ਼ੁਰੂ 'ਚ ਆਪਾਂ 20-25 ਮੈਂਬਰ ਹੀ ਨਾਲ ਲੈ ਕੇ ਚੱਲੇ ਸੀਗਾ, ਪਰ ਜਿਉਂ ਸਾਡੀ ਸੰਸਥਾ ਜਿਹੜੀ ਆ ਲੋਕਾਂ ਦੇ ਵਿੱਚ ਵਿਚਰਦੀ ਗਈ, ਲੋਕਾਂ ਨੂੰ ਸੇਵਾਵਾਂ ਦਿੱਤੀਆਂ ਔਰ ਨੌਜਵਾਨ ਵੀਰ ਜਿਹੜੇ ਪ੍ਰਭਾਵਿਤ ਹੋ ਕੇ ਹੁਣ ਤੱਕ ਸਾਡੇ ਨਾਲ ਤਕਰੀਬਨ 150 ਦੇ ਇਰਦ ਗਿਰਦ ਜਿਹੜੇ ਵੀਰ ਆ ਉਹ ਜੁੜ ਚੁੱਕੇ ਆ। ਔਰ ਜਦੋਂ ਵੀ ਸਾਨੂੰ ਕਿਸੇ ਤਰ੍ਹਾਂ ਦੀ ਸੇਵਾਵਾਂ ਦੀ ਲੋੜ ਪੈਂਦੀ ਆ, ਪਿਛਲੇ ਸਮੇਂ ਦੇ ਵਿੱਚ ਜਦੋਂ ਫਲੱਡ ਆਇਆ ਸੀਗਾ ਔਰ ਸਾਡੇ ਨਾਲ ਕਾਫੀ ਨੌਜਵਾਨ, ਤਕਰੀਬਨ ਅਸੀਂ 2 ਟਰਾਲੀਆਂ ਜਿਹੜੀਆਂ ਅਸੀਂ ਰਾਸ਼ਨ ਲੈ ਕੇ ਗਏ ਸੀਗਾ, ਔਰ ਨੌਜਵਾਨ ਵੀਰ ਜਿਹੜੇ ਸੀ ਉੱਥੇ ਜਾ ਕੇ ਜਿਹੜਾ ਤਕਰੀਬਨ 2 ਟਰਾਲੀਆਂ ਦੇ ਵਿੱਚ ਨਾਲ ਨੌਜਵਾਨ ਜਾ ਕੇ ਉੱਥੇ ਵੀ ਜਾ ਕੇ ਜਿਹੜਾ ਸੀ ਨਾ ਸੇਵਾਵਾਂ ਉਹਨਾਂ ਨੇ ਨਿਭਾਈਆਂ। ਤਕਰੀਬਨ ਹੁਣ ਇੱਕ ਦੋ ਵੱਲ ਦੂਜੇ ਵੱਲ ਵੇਖ ਕੇ ਉਹ ਹੋਰ ਉਤਸ਼ਾਹਿਤ ਹੋ ਰਿਹਾ ਔਰ ਡੇ ਬਾਈ ਡੇ ਹੋਰ ਨੌਜਵਾਨ ਜਿਹੜੇ ਸਾਡੇ ਸੁਸਾਇਟੀ ਦੇ ਨਾਲ ਜਿਹੜੇ ਜੁੜ ਰਹੇ। ਬੜੀ ਵੱਡੀ ਗੱਲ ਹੈ ਜੀ। ਔਰ ਇੱਥੇ ਮੈਂ ਦੱਸ ਦੇਣਾ ਜੀ, ਜੇਕਰ ਇਸ ਸੰਸਥਾ ਨੂੰ ਤੁਸੀਂ ਕੋਈ ਯੋਗਦਾਨ ਦਿੰਦੇ ਹੋ, ਆਪਣਾ ਕੋਈ ਕਿਸੇ ਵੀ ਤਰੀਕੇ ਨਾਲ ਕੋਈ ਯੋਗਦਾਨ ਦਿੰਦੇ ਹੋ ਔਰ ਸਹੀ ਜਗ੍ਹਾ 'ਤੇ ਲੱਗਦਾ ਵਾ ਜੀ, ਔਰ ਜ਼ਰੂਰਤ ਵੀ ਆ। ਅੱਜ ਸਮਾਂ ਜਿਹੜਾ ਵਾ, ਇਸ ਸਮੇਂ ਦੇ ਵਿੱਚ ਬੜੀ ਵੱਡੀ ਭੂਮਿਕਾ ਇਸ ਸੰਸਥਾ ਨੇ ਨਿਭਾਈ ਆ। ਭਾਜੀ ਕੀ ਮੈਸੇਜ ਦਿਓਗੇ ਜਿਹੜੇ ਯੂਥ ਨੂੰ, ਉਹ ਸਾਡੇ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਅਸੀਂ ਯੂਥ ਨੂੰ ਇੱਕੋ ਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਰੋਜ਼ ਅਸੀਂ ਵੀ ਅਜੇ ਇਸੇ ਉਮਰ ਦੇ ਵਿੱਚ ਹੀ ਵਿਚਰਦੇ ਹਾਂ ਔਰ ਸਾਡਾ ਜਿੰਨਾ ਵੀ ਯੂਥ ਹੈਗਾ ਨਸ਼ੇ ਦੀ ਦਲਦਲ ਦੇ ਵਿੱਚ ਡੁੱਬੀ ਜਾ ਰਿਹਾ ਹੈ ਅਤੇ ਨਸ਼ੇ ਦੇ ਵਿੱਚੋਂ ਸਰਵਾਈਵ ਕਰਕੇ ਉੱਠਣਾ ਬੜਾ ਔਖਾ ਹੋ ਗਿਆ ਹੈ। ਆਪਾਂ ਯੂਥ ਨੂੰ ਇਹੋ ਹੀ ਕਹਿੰਦੇ ਹਾਂ ਕਿ ਆਪਣਾ ਧਿਆਨ ਨਸ਼ੇ ਤੋਂ ਤੁਸੀਂ ਘਟਾਓ, ਆਪਣੀ ਲਾਈਫ ਨੂੰ ਬਿਜ਼ੀ ਰੱਖੋ, ਕੋਈ ਨਾ ਕੋਈ ਕੰਮਕਾਜ ਸ਼ੁਰੂ ਕਰੋ। ਜੇ ਨਹੀਂ ਤੁਹਾਨੂੰ ਕੋਈ ਕੰਮ ਲੱਗਦਾ, ਸੇਵਾਵਾਂ ਸ਼ੁਰੂ ਕਰੋ। ਜਿਹੜੀ ਵੀ ਸੁਸਾਇਟੀ ਕੋਈ ਵਰਕ ਕਰਦੀ ਪਈ ਆ ਉਹਦਾ ਸਹਿਯੋਗ ਕਰੋ, ਆਪਣੇ ਮਾਪਿਆਂ ਦੀ ਸੇਵਾ ਕਰੋ, ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਉਹਨੂੰ ਆਪਣੇ ਟਾਈਮ ਨੂੰ ਉਹਨਾਂ ਨਾਲ ਸਪੈਂਡ ਕਰੋ, ਜਾਂ ਨਾ ਕਿ ਇੱਥੋਂ ਤੱਕ ਕਿ ਫਾਲਤੂ ਫਜ਼ੂਲ ਘੁੰਮਦੇ ਰਹੋ ਅਤੇ ਜਿਹੜਾ ਤੁਹਾਡਾ ਹਰ ਵੇਲੇ ਧਿਆਨ ਨਸ਼ੇ ਦੇ ਵਿੱਚ ਹੀ ਰਹੇ ਕਿ ਆਪਾਂ ਨਸ਼ਾ ਕਿੱਥੋਂ ਲੈਣਾ ਜਾਂ ਚੋਰੀ ਵੱਲ ਹੋ ਜੇ ਜਾਂ ਹੋਰ ਕਿਸੇ ਗੈਰ ਕਾਨੂੰਨੀ ਕੰਮ ਵੱਲ ਚੱਲ ਜੇ। ਆਪਾਂ ਇਹੋ ਯੂਥ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਰੇ ਹੀ ਆਪੋ ਆਪਣਾ ਸਮਾਂ ਜਿਹੜਾ ਉਹਨੂੰ ਬਿਜ਼ੀ ਰੱਖ ਕੇ ਔਰ ਪਰਮਾਤਮਾ ਦੀ ਬਾਣੀ ਪੜ੍ਹੋ। ਜਿਸ ਵੀ ਧਰਮ ਨਾਲ ਤੁਸੀਂ ਬਿਲੋਂਗ ਕਰਦੇ ਹੋ ਉਸ ਧਰਮ ਦੇ ਵਿੱਚ ਪੱਕੇ ਹੋ ਕੇ ਨਸ਼ੇ ਤੋਂ ਦੂਰ ਰਹੋ। ਜੇਕਰ ਕਿਸੇ ਜ਼ਰੂਰਤਮੰਦ ਨੇ ਕੋਈ ਮਦਦ ਲੈਣੀ ਹੋਵੇ ਜਾਂ ਕਿਸੇ ਨੇ ਤੁਹਾਨੂੰ ਮਦਦ ਦੇਣੀ, ਤੁਹਾਡੀ ਸੰਸਥਾ ਨੂੰ ਕਿਸ ਤਰੀਕੇ ਨਾਲ ਦੇ ਸਕਦਾ ਜੀ? ਕਿੱਥੋਂ ਤੁਹਾਨੂੰ ਮਿਲ ਸਕਦਾ? ਜਦੋਂ ਵੀ ਸਾਨੂੰ ਸਾਡੇ ਕਿਸੇ ਵੀ ਲੋੜਵੰਦ ਪਰਿਵਾਰ ਨੂੰ ਜ਼ਰੂਰਤ ਪੈਂਦੀ ਆ ਕਿ ਸਾਡੀ ਟਰਸਟ ਦਾ ਮੋਬਾਈਲ ਨੰਬਰ 8070291313 ਇੱਕੋ ਹੀ ਹੈਲਪਲਾਈਨ ਨੰਬਰ ਹੈ ਸਾਡੀ ਟਰਸਟ ਦਾ। ਹੋਰ ਜਿਹੜੇ ਵੀਰ ਸਾਨੂੰ ਕੋਈ ਪਰਸਨਲੀ ਜਾਣਦੇ ਆ ਉਹ ਸਾਡੇ ਨਾਲ ਪਰਸਨਲੀ ਕੰਟੈਕਟ ਵੀ ਕਰ ਲੈਂਦੇ ਨੇ, ਪਰ ਜਿਹੜਾ ਆਮ ਸੰਗਤ ਦੇ ਵਿੱਚ ਸਾਡੇ ਟਰਸਟ ਦੇ ਪੇਜ ਦੇ ਉੱਪਰ ਜਿਹੜਾ ਨੰਬਰ ਉਹ ਹੈਲਪਲਾਈਨ ਪਾਇਆ ਜਾਂਦਾ ਹੈ ਉਹ 8070291313 ਆ। ਔਰ ਅਕਾਊਂਟ ਨੰਬਰ ਵੀ ਜਿਸ ਵੀ ਕਿਸੇ ਨੂੰ ਆਪਾਂ ਮੈਂਸ਼ਨ ਨਹੀਂ ਕਰਦੇ, ਜਿਸ ਕਿਸੇ ਵੀਰ ਨੇ ਕੋਈ ਸੇਵਾ ਭੇਜਣੀ ਹੁੰਦੀ ਆ ਅਸੀਂ ਫਿਰ ਉਹਨਾਂ ਨੂੰ ਹੀ ਅਕਾਊਂਟ ਨੰਬਰ ਭੇਜ ਦੀਦਾ ਆ ਅਤੇ ਇਸੇ ਤਰ੍ਹਾਂ ਸਾਰੀਆਂ ਹੀ ਸੇਵਾਵਾਂ ਚੱਲਦੀਆਂ ਪਈਆਂ ਨੇ। ਇਹ ਟੀਮ ਵਰਕ ਨਾਲ ਭਾਈ ਸਾਰਾ ਕੰਮ ਹੋ ਰਿਹਾ ਤੁਹਾਡਾ? ਸਾਰਾ ਹੀ ਜਿੰਨਾ ਵੀ ਕੰਮ ਹੈ ਸਾਰਾ ਹੀ ਟੀਮ ਵਰਕ ਦਾ ਹੈ, ਕਿਉਂਕਿ ਇੱਕ ਬੰਦਾ ਕੋਈ ਵੀ ਕਿਸੇ ਸੁਸਾਇਟੀ ਨੂੰ ਚਲਾ ਨਹੀਂ ਸਕਦਾ। ਕਿਸੇ ਨੂੰ ਕੋਈ ਸੇਵਾ ਕਰਨੀ ਆ, ਜਿਸ ਤਰ੍ਹਾਂ ਅਸੀਂ ਕਿਸੇ ਘਰ ਦਾ ਬਣਾ ਕੇ ਦੇਣਾ ਆ ਤਾਂ ਉੱਥੇ ਅਸੀਂ ਤੁਹਾਨੂੰ ਜ਼ਿਕਰ ਕੀਤਾ ਕਿ ਅਸੀਂ ਲੇਬਰ ਦਾ ਸਹਾਰਾ ਨਹੀਂ ਲੈਂਦੇ, ਉਹ ਸਾਰਾ ਹੀ ਟੀਮ ਵਰਕ ਆ ਕਿ ਸਾਡੀ ਉੱਥੇ ਜਿਹੜੇ ਅਸੀਂ ਲੇਬਰ ਨੂੰ ਪੈਸੇ ਦੇ ਕੇ ਚੱਲਣੇ ਆ ਉਹ ਅਸੀਂ ਉਹਨਾਂ ਹੀ ਕਿਸੇ ਦੀ ਘਰ ਦੇ ਉੱਪਰ ਲਾ ਦਈਏ ਅਤੇ ਸਾਰਾ ਹੀ ਜਿੰਨਾ ਵੀ ਹੈ ਸਾਡੀ ਲੇਬਰ ਦਾ ਖਰਚਾ ਵੀ ਬਚ ਜਾਏਗਾ। ਇਹ ਸਾਰਾ ਹੀ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਔਰ ਸਾਰਾ ਟੀਮ ਵਰਕ ਹੀ ਹੈ ਜੀ।
ਬਿਲਕੁਲ ਜੀ, ਲਾਕਡਾਊਨ 'ਚ ਲਗਾਤਾਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਔਰ ਹੁਣ ਜਿਹੜੀ ਇੱਕ ਨਵੀਂ ਸੇਵਾ ਬੜੀ ਤੁਸੀਂ ਸ਼ੁਰੂ ਕੀਤੀ ਹੈ, ਜਿਹੜੇ ਗ੍ਰੰਥੀ ਜਾਂ ਦੂਸਰੇ ਉਹਨਾਂ ਨੂੰ ਸੇਵਾ ਨਿਭਾ ਰਹੇ, ਉਹਦੇ ਬਾਰੇ ਥੋੜ੍ਹਾ ਦੱਸੋ ਤੁਹਾਨੂੰ। ਗ੍ਰੰਥੀ ਸਿੰਘਾਂ ਦੀ ਇਸ ਤਰ੍ਹਾਂ ਹੈ, ਜਦੋਂ ਵੀ ਇਹ ਲੋਕਡਾਊਨ ਹੋਇਆ ਸੀਗਾ ਸਾਰੇ ਕਾਰੋਬਾਰ ਥੋੜ੍ਹੇ ਸਰਕਾਰ ਨੇ ਪਰਮਿਸ਼ਨ ਦੇ ਕੇ ਖੋਲ੍ਹਣੇ ਸ਼ੁਰੂ ਕਰਤੇ, ਪਰ ਜਿੱਦਾਂ ਧਾਰਮਿਕ ਅਦਾਰਿਆਂ ਦੇ ਵਿੱਚ ਤੁਸੀਂ ਦੇਖਿਆ ਜਾਓ ਹਰ ਧਰਮ ਉਹਦੇ ਨਾਲ ਇਫੈਕਟ ਹੋਇਆ ਆ। ਜਿਸ ਤਰ੍ਹਾਂ ਅਸੀਂ ਕੋਈ ਸਿੱਖ ਧਰਮ ਦੀ ਗੱਲ ਕਰ ਲਈਏ, ਜਿਹੜੇ ਵੀ ਪਾਠੀ ਸਿੰਘ ਨੇ ਉਹਨਾਂ ਦੇ ਅਖੰਡ ਪਾਠ ਸਾਹਿਬ ਜਿਹੜੇ ਘਰਾਂ ਦੇ ਵਿੱਚ ਚੱਲਦੇ ਸੀਗੇ ਉਹਦੇ ਉੱਤੇ ਫਰਕ ਪੈ ਗਿਆ। ਹਿੰਦੂ ਕਮਿਊਨਿਟੀ ਦੀ ਗੱਲ ਕਰੀਏ, ਜਿੰਨੇ ਵੀ ਜਾਗਰਣ ਸੀਗੇ ਉਹ ਸਾਰੇ ਬੰਦ ਹੋ ਗਏ ਔਰ ਪਾਸਟਰ ਸਿੱਖ ਕ੍ਰਿਸਚਨ ਕਮਿਊਨਿਟੀ ਦੇ ਉਹ ਵੀ ਸਾਰੇ ਕੋਈ ਵੀ ਕਨਵੈਨਸ਼ਨ ਵਗੈਰਾ ਨਹੀਂ ਕਰ ਸਕੇ। ਇਸ ਕਰਕੇ ਅਸੀਂ ਸੋਚਿਆ ਕਿ ਬਾਕੀ ਦੇ ਦੁਕਾਨਦਾਰ ਸਾਰੇ ਹੀ ਆਪੋ ਆਪਣਾ ਕਿੱਤਾ ਕੋਈ ਨਾ ਕੋਈ ਕਰ ਰਹੇ ਨੇ ਤੇ ਇਹਨਾਂ ਦੇ ਉੱਤੇ ਇਹਨਾਂ ਨੂੰ ਅਸੀਂ ਧਿਆਨ ਰੱਖਿਆ ਜਾਵੇ। ਜਿੱਥੇ ਵੀ ਕਿਤੇ ਕਿਸੇ ਵੀ ਇਸ ਤਰ੍ਹਾਂ ਦੇ ਧਾਰਮਿਕ ਭਾਵਨਾਵਾਂ ਵਾਲੇ ਕਿਸੇ ਵੀ ਮੈਂਬਰ ਨੂੰ ਲੋੜ ਪੈਂਦੀ ਆ, ਗ੍ਰੰਥੀ ਸਿੰਘ ਹੋ ਗਏ, ਪਾਸਟਰ ਹੋ ਗਏ ਔਰ ਦੂਸਰੇ ਜਿਸ ਤਰ੍ਹਾਂ ਵੀ ਹੋ ਗਏ, ਸਾਰਿਆਂ ਨੂੰ ਆਪਾਂ ਉਹਨਾਂ ਨੂੰ ਸੇਵਾ ਦੇ ਰਹੇ ਹਾਂ। ਹੁਣ ਤੱਕ ਤਕਰੀਬਨ ਗ੍ਰੰਥੀ ਸਿੰਘਾਂ ਨੂੰ ਅਸੀਂ 350 ਦੇ ਲਾਗੇ ਹੁਣ ਤੱਕ ਰਾਸ਼ਨ ਦੇ ਚੁੱਕੇ ਹਾਂ ਔਰ ਅੱਗੇ ਵੀ ਇਹ ਸੇਵਾਵਾਂ ਫਿਲਹਾਲ ਚੱਲਦੀਆਂ ਪਈਆਂ ਨੇ। ਜਿੱਦਾਂ ਸੰਗਤ ਦਾ ਸਹਿਯੋਗ ਰਹੇਗਾ ਅਸੀਂ ਆਪਣੇ ਪਰਸਨਲ ਲਿੰਕ ਵੀ ਯੂਜ਼ ਕਰਦੇ ਪਏ ਹਾਂ ਇਹਨਾਂ ਸੇਵਾਵਾਂ ਨੂੰ ਸਿਰੇ ਚੜ੍ਹਨ ਵਾਸਤੇ, ਤਾਂ ਕਿ ਕਿਸੇ ਦਾ ਵੀ ਕੋਈ ਇੱਕ ਦਿਨ ਵੀ ਚੁੱਲ੍ਹਾ ਨਾ ਬੁੱਝੇ, ਸਾਰਿਆਂ ਦੇ ਚੁੱਲ੍ਹੇ ਬਲਦੇ ਰਹਿਣ ਔਰ ਵਧੀਆ ਪਰਿਵਾਰ ਦਾ ਗੁਜ਼ਾਰਾ ਚੱਲਦਾ ਰਹੇ। ਬੜੀ ਵੱਡੀ ਭੂਮਿਕਾ ਨਿਭਾਈ ਹੈ ਜੀ ਸੰਸਥਾ ਨੇ ਔਰ ਉਮੀਦ ਕਰਾਂਗੇ ਕਿ ਇਹਨਾਂ ਤੋਂ ਪ੍ਰੇਰਨਾ ਲੈ ਕੇ ਹੋਰ ਵੀ ਲੋਕ ਅੱਗੇ ਆਉਣਗੇ ਔਰ ਜ਼ਰੂਰਤਮੰਦ ਲੋਕਾਂ ਦੀ ਸੇਵਾ ਇੱਦਾਂ ਹੀ ਨਿਭਾਉਣਗੇ। ਔਰ ਅਸੀਂ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ, ਸਰਕਾਰਾਂ ਨਾਲ ਜਿਹੜੀਆਂ ਮੌਜੂਦਾ ਸਰਕਾਰਾਂ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇੱਦਾਂ ਦੀ ਸੰਸਥਾਵਾਂ ਜਿਹੜੀਆਂ ਇਹਨਾਂ ਨੂੰ ਮਾਨ ਸਨਮਾਨ ਔਰ ਸਨਮਾਨਿਤ ਕੀਤਾ ਜਾਵੇ। ਇਹਨਾਂ ਦਾ ਬੰਦਾ ਮਾਨ ਸਨਮਾਨ ਜ਼ਰੂਰ ਦੇਣਾ ਚਾਹੀਦਾ ਵਾ। ਬੜੀ ਵੱਡੀ ਭੂਮਿਕਾ ਇਹਨਾਂ ਨੇ ਨਿਭਾਈ ਹੈ ਜੀ ਔਰ ਉਮੀਦ ਕਰਾਂਗੇ ਇਹਨਾਂ ਤੋਂ ਪ੍ਰੇਰਨਾ ਲੈ ਕੇ ਹੋਰ ਵੀ ਲੋਕ ਅੱਗੇ ਆਉਣਗੇ ਔਰ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਨਗੇ।